ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਜੀ ਤੇ ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਨੇ ਜੋ ਦੇਣਗੇ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਜਵਾਬ। ਸੋ ਸਵਾਲ ਦੇ ਵਾਸਤੇ ਤੁਸੀਂ ਕਾਲ ਕਰਨੀ ਹੈ, ਨੰਬਰ ਤੁਹਾਡੀ ਸਕਰੀਨ ਦੇ ਉੱਤੇ ਤੇ ਆਮ ਸ਼ੋਰ ਜੀ ਦੇਸ਼ ਪਰਦੇਸ ਲਾਈਵ ਦਾ ਇਹ ਮੰਚ ਜਿੱਥੇ ਤੁਹਾਨੂੰ ਸਾਰਿਆਂ ਨੂੰ ਮੌਕਾ ਮਿਲਦਾ ਹੈ ਲਾਈਵ ਗੱਲਬਾਤ ਕਰਨ ਦਾ, ਉੱਥੇ ਜੀ ਇਹ ਮੰਚ ਤੁਹਾਡੀ ਮਦਦ ਕਰਦਾ ਇੱਕ ਚੰਗੀ ਐਡਵਾਈਸ ਦੇ ਵਿੱਚ। ਸੋ ਆਪਣੇ ਪ੍ਰੋਫਾਈਲਸ ਤੁਸੀਂ ਜ਼ਰੂਰ ਡਿਸਕਸ ਕਰਨੀਆਂ ਨੇ ਜੀ, ਜਿੰਨਾ ਵੀ ਸਾਡੇ ਸਟੂਡੈਂਟ ਸਾਡੇ ਦਰਸ਼ਕਾਂ ਨੇ ਵਿਦੇਸ਼ ਜਾਣਾ ਹੈਗਾ, ਸੋ ਤੁਹਾਡੀ ਪ੍ਰੋਫਾਈਲ ਜੀ ਕਿਹੜੀ ਕੈਟਾਗਰੀ ਦੇ ਵਾਸਤੇ ਸੂਟੇਬਲ ਹੈਗੀ ਹੈ ਉਹੀ ਜਾਣਨ ਦਾ ਮੌਕਾ ਮਿਲਦਾ ਜੀ ਸਾਡੇ ਐਕਸਪਰਟਸ ਦੇ ਕੋਲੋਂ। ਫਿਲਹਾਲ ਜੀ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਸਾਡੇ ਨਾਲ ਨੇ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼। ਹੈਲੋ ਸਰ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਦੀ ਸ਼ੋਅ। ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਟੂ ਆਲ। ਸੋ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਜੀ ਜਿੱਥੇ ਤਾਂ ਅਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਨੀ ਹੈ, ਉੱਥੇ ਹੀ ਅਸੀਂ ਯੂਰਪ ਐਂਡ ਯੂਕੇ ਦੇ ਬਾਰੇ ਵੀ ਜ਼ਰੂਰ ਡਿਸਕਸ ਕਰਾਂਗੇ। ਸਟੱਡੀ ਵੀਜ਼ਾ ਦੀ ਖਾਸ ਤੌਰ ਤੇ ਗੱਲ ਕਰਾਂਗੇ ਜੀ, ਸਟੂਡੈਂਟ ਵੀਜ਼ਾ ਦੀ ਅਸੀਂ ਗੱਲ ਕਰਾਂਗੇ। ਸੋ ਤੁਹਾਡੀਆਂ ਪ੍ਰੋਫਾਈਲ ਸ਼ੇਅਰ ਕਰਨ ਦਾ ਮੌਕਾ ਦੇਸ਼ ਪਰਦੇਸ ਲਾਈਵ ਦੇ ਇਸ ਮੰਚ ਦੇ ਉੱਤੇ ਫਿਲਹਾਲ ਸ਼ੁਰੂ ਹੋ ਚੁੱਕਿਆ। ਤੁਸੀਂ ਕਾਲ ਕਰ ਸਕਦੇ ਹੋ ਤੇ ਲਾਈਵ ਗੱਲਬਾਤ ਕਰ ਸਕਦੇ ਹੋ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਦੇ ਨਾਲ। ਆਸਟ੍ਰੇਲੀਆ ਜਿੰਨੇ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂਆਤ ਹੋਈ ਸੀ ਕਿ ਹਾਂਜੀ ਪਹਿਲਾਂ ਤਾਂ ਬੰਦ ਰਿਹਾ ਸਾਲ 2 ਸਾਲ, ਉਸ ਤੋਂ ਬਾਅਦ ਜਿੱਦਾਂ ਹੀ ਓਪਨ ਹੋਇਆ ਤਾਂ ਲੱਗ ਰਿਹਾ ਸੀਗਾ ਕਿ ਵਾਕਿਆ ਦੇ ਵਿੱਚ ਕਾਫੀ ਜ਼ਿਆਦਾ ਇਸ ਵਾਰੀ ਜਿਹੜਾ ਇੰਟਰਸਟ ਹੈਗਾ ਸਟੂਡੈਂਟਸ ਦਾ ਦੇਖਣ ਨੂੰ ਮਿਲੇਗਾ ਐਂਡ ਆਸਟ੍ਰੇਲੀਆ ਵੀ ਵਧੀਆ ਕਿਤੇ ਨਾ ਕਿਤੇ ਸਾਡੇ ਵਾਸਤੇ ਸਾਬਿਤ ਹੋਏਗਾ। ਬਟ ਕਹਿੰਦੇ ਨੇ ਨਾ ਵੀ ਉੱਦਾਂ ਮਾਈਟ ਵੀ ਲੱਗਿਆ ਨਹੀਂਗਾ ਕਿਸੇ ਨੂੰ ਸਟੂਡੈਂਟਸ ਦੇ ਵੀਜ਼ਾਸ ਆ ਰਹੇ ਨੇ ਜਾਂ ਨਹੀਂ ਆ ਰਹੇ, ਸਟੂਡੈਂਟਸ ਕਿਤੇ ਨਾ ਕਿਤੇ ਪਰੇਸ਼ਾਨ ਹੈਗੇ ਨੇ। ਦੇਖੋ ਜੀ, ਜਿਹੜੇ ਤੁਹਾਡੀ ਲਾਸਟ ਗੱਲ ਹੈ ਕਿ ਸਟੂਡੈਂਟ ਕਿਤੇ ਨਾ ਕਿਤੇ ਪਰੇਸ਼ਾਨ ਹੈਗੇ ਨੇ ਕਿ ਨਹੀਂ, ਯੈਸ ਸਟੂਡੈਂਟ ਐਕਚੁਅਲੀ ਪਰੇਸ਼ਾਨ ਹੈਗੇ ਨੇ। ਉਹਦਾ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਪਹਿਲੇ ਬਾਰਡਰ ਓਪਨ ਹੋਣ ਦੀ ਅਨਾਊਂਸਮੈਂਟ ਹੋਈ, ਫਿਰ ਉਸ ਤੋਂ ਬਾਅਦ 24 ਆਵਰਸ ਵਰਕ ਪਰਮਿਸ਼ਨ ਅਨਾਊਂਸ ਕੀਤੀ ਗਈ। ਉਸ ਤੋਂ ਬਾਅਦ ਈਵਨ ਕਿ ਜੋ ਕਿ ਕਦੀ ਵੀ ਪਾਸਟ ਐਕਸਪੀਰੀਅੰਸ ਮੇਰਾ ਵੀ 17 ਸਾਲਾਂ ਦਾ ਹੋ ਗਿਆ ਇਸ ਫੀਲਡ ਦਾ, ਕਦੀ ਜ਼ਿੰਦਗੀ 'ਚ ਇੱਦਾਂ ਨਹੀਂ ਸੁਣਿਆ ਸੀਗਾ ਕਿ ਕਿਸੇ ਹਾਈ ਕਮਿਸ਼ਨ ਨੇ ਸਟੂਡੈਂਟ ਨੂੰ ਫੀਸ ਵੇਵਰ ਕੀਤੀ ਹੋਵੇ। ਓਕੇ, ਔਰ ਉਹ ਵੀ ਕੋਈ ਥੋੜ੍ਹੀ ਨਹੀਂ, ਕਰੀਬ 600 ਕੁਛ ਡਾਲਰ ਫੀਸ ਜਾਂਦੀ ਹੈ ਆਸਟ੍ਰੇਲੀਅਨ ਡਾਲਰ। ਤਾਂ ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਲੱਗਦਾ ਸੀਗਾ, ਬਹੁਤ ਸਾਰੇ ਰੂਮਰਸ ਮਾਰਕੀਟ ਸੀਗੇ ਜੀ, ਉੱਥੇ ਕੰਮ ਬਹੁਤ ਹੈ, ਲੇਬਰ ਦੀ ਘਾਟ ਹੈ, ਸ਼ਾਇਦ ਕਿਤੇ ਨਾ ਕਿਤੇ ਗੱਲ ਠੀਕ ਵੀ ਸੀਗੀ ਔਰ ਹੈ ਵੀ ਹੈ ਜੀ। ਬਟ ਇਹ ਗੱਲ ਗਵਰਨਮੈਂਟ ਆਫ ਆਸਟ੍ਰੇਲੀਆ ਨੇ ਪਹਿਲਾਂ ਹੀ ਪਲਾਨਿੰਗ ਕਰਕੇ ਕੀਤੀ ਸੀਗੀ, ਸੋਚ ਸਮਝ ਕੇ ਉਹਨਾਂ ਨੇ ਕੀਤਾ ਸੀਗਾ ਕਿ ਵੀਜ਼ਾ ਦੇਣਗੇ, ਵੀਜ਼ਾ ਨਹੀਂ ਰਿਫਿਊਜ਼ ਹੋ ਰਿਹਾ, ਲੇਕਿਨ GT ਕਲੀਅਰੈਂਸ ਦੇ ਉੱਪਰ ਐਲੀਜੀਬਿਲਿਟੀ ਕ੍ਰਾਈਟੀਰੀਆ ਨੂੰ ਲੈ ਕੇ, ਫੰਡਸ ਨੂੰ ਲੈ ਕੇ, ਇਨਕਮ ਪ੍ਰੂਫਸ ਨੂੰ ਲੈ ਕੇ, ਐਕੈਡਮਿਕ ਨੂੰ ਲੈ ਕੇ, ਆਇਲਸ ਟਫਲ ਔਰ PT ਨੂੰ ਲੈ ਕੇ ਉਹ ਕਿਤੇ ਨਾ ਕਿਤੇ ਯੂਨੀਵਰਸਿਟੀ ਸਟ੍ਰਿਕਟ ਹੈ, ਕਿਉਂਕਿ ਐਜ਼ ਪਰ ਇੰਸਟਰਕਸ਼ਨਸ ਗਿਵਨ ਬਾਏ ਦਾ ਇਮੀਗ੍ਰੇਸ਼ਨ ਆਫ ਆਸਟ੍ਰੇਲੀਆ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਇੱਦਾਂ ਨਹੀਂ ਕਰਨਾ ਕਿ ਲੋੜ ਹੈ ਤੇ ਕਬਾੜ ਹੀ ਚੁੱਕ ਲਿਓ। ਕਬਾੜ ਤੋਂ ਮੇਰਾ ਮਤਲਬ ਇਹ ਹੈ ਕਿ ਜਿਹੜਾ GT ਦਾ ਪ੍ਰੋਸੈਸ ਹੈ ਉਹ ਬੜਾ ਟਫ ਚੱਲ ਰਿਹਾ, ਕਿਉਂਕਿ ਕਈ ਵਾਰ ਹੁਣੇ ਮੈਂ ਥੋੜ੍ਹੀ ਦੇਰ ਪਹਿਲਾਂ ਅੱਜ ਸ਼ਾਮ ਨੂੰ ਸਵੇਰੇ ਜਦੋਂ ਆਫਿਸ ਆਇਆ ਅਤੇ ਉਸ ਤੋਂ ਬਾਅਦ ਸ਼ਾਮ ਦੇ ਵੇਲੇ ਮੇਰੇ ਕੋਲ ਇੱਕ ਕਲਾਇੰਟ ਆਇਆ, ਉਹਦਾ ਆਈ ਗੈਸ 6.5 ਬੈਂਡ ਆਇਲ ਸਕੋਰ ਸੀਗਾ। ਠੀਕ ਹੈ, ਔਰ 21 ਦੇ ਵਿੱਚੋਂ ਗ੍ਰੈਜੂਏਟ ਸੀਗਾ, 66% ਉਹਦੇ ਮਾਰਕਸ ਸੀਗੇ, ਮਤਲਬ ਐਕੈਡਮਿਕ ਪ੍ਰੋਫਾਈਲ ਵਾਜ਼ ਰੀਅਲੀ ਗੁੱਡ, ਬਟ ਉਹਦੇ ਕੋਲ ਫੰਡਸ ਨਹੀਂ ਹੈ ਸਰ। ਅੱਛਾ, ਪੇਰੈਂਟਸ ਕੀ ਕਰਦੇ ਆ, ਫਾਦਰ ਹੀ ਇਜ਼ ਨੋ ਮੋਰ, ਇਟ ਮੀਨਸ ਪੇਰੈਂਟਸ ਦੇ ਨਾਮ ਤੇ ਸਿਰਫ ਮਦਰ ਰਹਿ ਗਈ। ਠੀਕ ਹੈ, ਉਹ ਵੀ ਬਿਕੋਜ਼ ਹੀ ਬਿਲੋਂਗਸ ਟੂ ਵਿਲੇਜ ਬੈਕਗਰਾਊਂਡ, ਤਾਂ ਮਦਰ ਦਾ ਪੈਨ ਕਾਰਡ ਹੈ ਬਟ ਰਿਟਰਨ ਨਹੀਂ ਫਾਈਲ ਕਰਦੇ। ਠੀਕ ਹੈ, ਤਾਂ ਇਸ ਤਰ੍ਹਾਂ ਦੇ ਪ੍ਰੋਫਾਈਲ ਨੂੰ ਕਿਤੇ ਨਾ ਕਿਤੇ ਜਿਹੜੇ ਬੱਚੇ, ਜਿਹੜੇ ਪੇਰੈਂਟਸ ਮੇਰੀ ਗੱਲ ਨੂੰ ਸੁਣ ਰਹੇ ਹੋਣਗੇ, ਉਹ ਸ਼ਾਇਦ ਉਹ ਲੋਕ ਮੇਰੀ ਗੱਲ ਨੂੰ ਬੜੀ ਜਲਦੀ ਕੈਚ ਕਰਨਗੇ, ਗ੍ਰਾਬ ਕਰਨਗੇ, ਸਮਝ ਜਾਣਗੇ, ਜਿਨ੍ਹਾਂ ਦੀ ਫਾਈਲਾਂ ਅੱਜ ਕਿਸੇ ਨਾ ਕਿਸੇ ਏਜੰਟ ਦੇ ਕੋਲ, ਕਿਸੇ ਨਾ ਕਿਸੇ ਕੰਸਲਟੈਂਟ ਦੇ ਕੋਲ, ਕਿਸੇ ਨਾ ਕਿਸੇ ਆਰਗੇਨਾਈਜੇਸ਼ਨ ਦੇ ਕੋਲ ਅੰਡਰ ਪ੍ਰੋਸੈਸ ਹੈ, ਆਫਰ ਆ ਰਿਹਾ, ਨਾਟ ਅ ਬਿਗ ਡੀਲ। ਬਟ GT ਕ੍ਰਾਈਟੀਰੀਆ ਲਈ ਪੂਰੇ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਧੂਏ ਕਢਾ ਰਹੀਆਂ ਯੂਨੀਵਰਸਿਟੀਜ਼, ਕਿਉਂਕਿ ਉਹ ਇੱਕ ਬਹੁਤ ਟਫ ਜੋਬ ਹੈ। ਸਭ ਤੋਂ ਵੱਡਾ ਪ੍ਰੋਸੈਸ ਕਿੱਥੇ ਦਿੱਕਤ ਆ ਰਹੀ ਹੈ, ਪਹਿਲਾਂ ਕੀ ਹੁੰਦਾ ਸੀਗਾ ਆਸਟ੍ਰੇਲੀਆ ਖੁੱਲ੍ਹਣ ਤੋਂ ਪਹਿਲਾਂ ਜਾਂ ਕਿ ਆਸਟ੍ਰੇਲੀਆ ਬੰਦ ਹੋਣ ਤੋਂ ਪਹਿਲਾਂ ਦਾ ਜਿਹੜਾ ਦੌਰ ਹੈ ਉਸ ਦੀ ਮੈਂ ਗੱਲ ਕਰਦਾ, ਬੜਾ ਸਿੱਧਾ ਜਿਹਾ ਕੰਸੈਪਟ ਸੀਗਾ, ਕੋਈ ਵੀ ਏਜੰਸੀ ਸਟੂਡੈਂਟ ਕੋਲੋਂ ਫੰਡਸ ਦੇ ਚਾਰਜਸ ਲੈ ਲੈਂਦੀ ਸੀ। ਰੀਸੈਂਟ ਫੰਡ, ਥਰਡ ਪਾਰਟੀ ਫੰਡ, ਸਰਚ ਦੀ FDRs ਦਿਖਾ ਕੇ ਬੱਚੇ ਕੋਲੋਂ 1-2 ਲੱਖ ਰੁਪਏ ਝਾੜ ਲਿੱਤੇ ਜਾਂਦੇ ਸੀਗੇ, ਕਿਉਂਕਿ ਯੂਨੀਵਰਸਿਟੀ ਲੈਵਲ 'ਤੇ ਫੰਡਸ ਦੀ ਵੈਰੀਫਿਕੇਸ਼ਨ ਇੱਕ ਵਾਰੀ ਓਕੇ ਹੋ ਗਈ ਅਤੇ ਹਾਈ ਕਮਿਸ਼ਨ ਨੂੰ ਫੰਡਸ ਦੀ ਲੋੜ ਨਹੀਂ ਪੈਂਦੀ ਸੀ। ਬਟ ਹੁਣ ਕਿਤੇ ਨਾ ਕਿਤੇ ਇੱਕ ਤਲਵਾਰ ਲਟਕ ਰਹੀ ਹੈ ਸਿਰ 'ਤੇ ਹਰ ਸਟੂਡੈਂਟ ਦੇ। ਉਹ ਕਿੱਦਾਂ, ਯੂਨੀਵਰਸਿਟੀ ਨੇ ਵੀ 3 ਮਹੀਨੇ ਪੁਰਾਣੇ ਫੰਡ ਇਸ ਕਰਕੇ ਮੰਗਣੇ ਸ਼ੁਰੂ ਕਰ ਦਿੱਤੇ ਹੈ, ਚਾਹੇ ਉਹ ਲੈਵਲ 1 ਦੀ ਹੈ ਚਾਹੇ ਲੈਵਲ 2 ਦੀ ਹੈ। ਰੀਜ਼ਨ ਬੀਇੰਗ ਕਿ ਰੈਂਡਮ ਜਿਹੜੀ ਹੈ ਉਹ ਰਿਕੁਆਇਰਮੈਂਟ ਆ ਰਹੀ ਹੈ ਫੰਡਸ ਦੀ।
ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਫਾਈਲਿੰਗ ਦੇ ਅੰਦਰ ਅਗਰ ਪ੍ਰੋਸੈਸ ਕੀ ਹੁੰਦਾ ਕਿ ਇੱਕ ਫਾਰਮ ਹੁੰਦਾ ਫਾਈਨੈਂਸ਼ੀਅਲ ਮੈਟ੍ਰਿਕਸ ਦਾ, ਉਹਦੇ ਅੰਦਰ ਲੈਵਲ 1 ਦੀ ਯੂਨੀਵਰਸਿਟੀ ਦਾ ਸਿਰਫ ਆਪਾਂ ਨੂੰ ਇੱਕ ਪਰਟੀਕੂਲਰਸ ਭਰਨੇ ਪੈਂਦੇ ਸੀਗੇ ਕਿ ਫਲਾਣਾ ਬੈਂਕ ਅਕਾਊਂਟ ਹੋਲਡਰ ਦਾ ਨਾਮ ਆਹ, ਬੈਲੈਂਸ ਇੰਨਾ, ਅਮਾਊਂਟ ਜਾਂ ਫੰਡਸ ਸ਼ੋ ਨਹੀਂ ਕਰਨੇ ਸੀਗੇ ਔਰ ਕਦੇ ਰਿਕੁਆਇਰਮੈਂਟ ਨਹੀਂ ਆਉਂਦੇ ਸੀਗੇ। ਇਸ ਕਰਕੇ ਸਟੂਡੈਂਟਸ ਦਾ ਵੀ ਕੰਮ ਚੱਲ ਰਿਹਾ ਸੀ, ਏਜੰਟਾਂ ਦਾ ਵੀ ਬਹੁਤ ਵਧੀਆ ਕੰਮ ਚੱਲ ਰਿਹਾ ਸੀਗਾ। ਬਟ ਹੁਣ ਕੀ ਹੋ ਰਿਹਾ, ਜੇਕਰ ਤੁਸੀਂ ਫੰਡਸ ਦੀ ਕੋਈ ਵੀ ਰੋਂਗ ਇਨਫੋਰਮੇਸ਼ਨ ਭਰਤੀ ਜਾਂ ਫੰਡ ਤੜਾ ਲਏ ਜਾਂ ਫੰਡ ਤੁਹਾਡੇ ਸਰਚ ਦੀ ਐਫਡੀ ਜਾਂ ਥਰਡ ਪਾਰਟੀ ਦੇ ਫੰਡਸ ਹੈ ਔਰ ਰਿਕੁਆਇਰਮੈਂਟ ਆ ਗਈ ਕੱਲ ਨੂੰ ਹਾਈ ਕਮਿਸ਼ਨ ਨੂੰ, ਤਾਂ ਤੁਹਾਡਾ ਪੂਰਾ ਚਾਂਸ ਹੈ ਕਿ ਤੁਹਾਡਾ ਜਾਂ ਤਾਂ ਕੱਲ ਨੂੰ ਰਿਫਿਊਜ਼ਲ ਹੋਏਗਾ ਜਾਂ ਕੱਲ ਨੂੰ ਤੁਹਾਨੂੰ ਕੋਈ ਹੋਰ ਪ੍ਰੋਬਲਮ ਆ ਸਕਦੀ ਹੈ। ਅਲਟੀਮੇਟਲੀ ਐਂਡ ਆਫ ਦਾ ਡੇ ਅਸੀਂ ਵੀਜ਼ਾ ਲਈ ਕੰਮ ਕਰ ਰਹੇ ਹਾਂ। ਵੰਸ ਯੂ ਵਿਲ ਕ੍ਰੈਕ ਯੂਰ ਜੀਟੀ ਕ੍ਰਾਈਟੀਰੀਆ, ਇਟ ਮੀਨਸ ਵੀਜ਼ਾ ਤੁਹਾਡਾ ਲਗਭਗ 100% ਹੈ। ਜਿਸ ਤਰ੍ਹਾਂ ਕਿ ਮੈਂ ਹੁਣੇ ਦਰਸ਼ਕਾਂ ਨੂੰ ਦੱਸਿਆ ਕਿ ਜੀਟੀ ਦਾ ਪ੍ਰੋਸੈਸ ਜਿੰਨਾ ਟਫ ਹੈ ਵੀਜ਼ਾ ਉਨਾ ਹੀ ਸੌਖਾ, ਪਰ ਜੀਟੀ ਦੇ ਪ੍ਰੋਸੈਸ ਦੇ ਅੰਦਰ ਅਗਰ ਤੁਸੀਂ ਕੋਈ ਜੁਗਾੜ ਦੇ ਫੰਡ ਲਗਾਓਗੇ ਜਾਂ ਕੋਈ ਡਾਕੂਮੈਂਟੇਸ਼ਨ ਲੋਕ ਲਗਾ ਰਹੇ ਹੈ ਗੈਪ ਕਵਰ ਕਰਨ ਦੇ ਨਾਮ ਤੇ ਡਿਗਰੀਆਂ ਬਣਾ ਕੇ ਜਾਂ ਕੁਝ ਵੀ, ਉਹ ਚੀਜ਼ਾਂ ਤੁਹਾਨੂੰ ਕੱਲ ਨੂੰ ਪ੍ਰੋਬਲਮ ਦੇ ਸਕਦੀਆਂ। ਹਾਂ, ਵਰਕ ਐਕਸਪੀਰੀਅੰਸ ਸਮਝ ਆਉਂਦਾ, ਮੈਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਮੈਂ ਓਪਨਲੀ ਇਹ ਗੱਲ ਕਹਿਣ 'ਚ ਕੁਝ ਝਿਜਕ ਨਹੀਂ ਕਰਾਂਗਾ ਕਿ ਵਰਕ ਐਕਸਪੀਰੀਅੰਸ ਮੋਸਟ ਆਫ ਦਾ ਸਟੂਡੈਂਟ ਅਰੇਂਜ ਕਰ ਲੈਂਦੇ ਆ, ਠੀਕ ਹੈ। ਬਟ ਅਰੇਂਜ ਕਰਨ ਦਾ ਮਤਲਬ ਵੀ ਉਹ ਵੈਰੀਫਾਈਏਬਲ ਹੋਣਾ ਚਾਹੀਦਾ, ਉਹ ਵੀ ਗ੍ਰੈਜੂਏਟ ਸਟੂਡੈਂਟ ਲਈ ਵੈਲਿਡ ਹੈ, 12th ਪਾਸ ਸਟੂਡੈਂਟ ਲਈ ਕਿਤੇ ਨਾ ਕਿਤੇ ਉਹ ਵੀ ਦਿੱਕਤ ਵਾਲੀ ਗੱਲ ਹੈ, ਠੀਕ ਹੈ। ਮਤਲਬ ਓਵਰਆਲ ਕੀ ਮੈਸੇਜਸ ਇਸ ਸ਼ੋਅ 'ਤੇ ਮੈਂ ਦੇਣਾ ਚਾਹਾਂਗਾ, ਮੈਂ ਨਹੀਂ ਕਹਿੰਦਾ ਕਿ ਸਟੂਡੈਂਟ ਮੇਰੇ ਕੋਲ ਆਏ, ਬਟ ਇਸ ਮੰਚ 'ਤੇ ਆਉਣ ਦਾ ਜਿਹੜਾ ਮਕਸਦ ਹੈ, ਜਿਹੜਾ ਮੋਟਿਵ ਹੈ, ਉਹ ਇਹੀ ਹੈ ਕਿ ਸਟੂਡੈਂਟ ਨੂੰ ਜਿਹੜੀ ਇੱਕ ਜੈਨੂਇਨ ਇਨਫੋਰਮੇਸ਼ਨ ਪ੍ਰੋਵਾਈਡ ਹੋਵੇ, ਕਿਉਂਕਿ ਇਹ ਇਨਫੋਰਮੇਸ਼ਨ ਉਹਨਾਂ ਸਟੂਡੈਂਟਸ ਲਈ ਵੀ ਹੈ ਜਿਨ੍ਹਾਂ ਦਾ ਹਾਲੇ ਕਿਤੇ ਨਾ ਕਿਤੇ ਪ੍ਰੋਸੈਸ ਦੇ ਵਿੱਚ ਚੱਲ ਰਹੀ ਹੈ, ਫਾਈਲ ਅੰਡਰ ਪ੍ਰੋਸੈਸ ਹੈ। ਸਟੂਡੈਂਟਸ ਨੂੰ ਖਾਸ ਧਿਆਨ ਰੱਖਣਾ ਹੈ, ਇਨਕਮ ਪ੍ਰੂਫ ਅਰੇਂਜ ਹੋ ਜਾਂਦੇ, ਅਰੇਂਜ ਇਨ ਦਾ ਸੈਂਸ ਕਿ ਪੈਨ ਕਾਰਡ ਕਰੀਬ ਸਭ ਕੋਲ ਹੁੰਦਾ ਹੈ, ITR ਫਾਈਲ ਕੀਤੀ ਜਾ ਸਕਦੀ ਹੈ, ITR ਦੇ ਨਾਲ ਐਗਰੀਕਲਚਰ ਇਨਕਮ ਸ਼ੋਅ ਕਰਕੇ ਤੁਸੀਂ ਇਨਕਮ ਪ੍ਰੂਫ ਨੂੰ ਜੈਨੂਇਨਲੀ ਕਿਤੇ ਨਾ ਕਿਤੇ, ਇਹ ਮੈਨੂਪੂਲੇਸ਼ਨ ਹੈ ਬਟ ਇੱਕ ਜੈਨੂਇਨ ਮੈਨੂਪੂਲੇਸ਼ਨ ਹੈ, ਠੀਕ ਹੈ। ਮੈਨੂਪੂਲੇਟ ਕਰਕੇ ਤੁਸੀਂ ਤੁਹਾਡੇ ਕੋਲ ਪਹਿਲੇ ਨਹੀਂ ਹੈ, ਹਾਲਾਂਕਿ ਕੋਈ ਯੂਨੀਵਰਸਿਟੀ ਹੀ ਇੱਦਾਂ ਦੀ ਹੈ ਜਿਹੜੀ ਤੁਹਾਡੇ ਰੀਸੈਂਟ ITR ਨੂੰ ਐਕਸੈਪਟ ਕਰੇਗੀ ਔਰ ਐਗਰੀਕਲਚਰ ਇਨਕਮ ਨੂੰ ਵਿਦਆਊਟ ITR ਐਕਸੈਪਟ ਕਰੇਗੀ, ਬਟ ਸਟਿਲ देयर आर फ्यू ऑप्शंस विद अस। लेकिन जितों तक फंड्स का सवाल है, मैं ये चीज़ फिर तो रिपीट कर रहा कि फंड्स नूं किते ना किते कोशिश करो कि अपने और एजेंट के थ्रू ना करवाओ, बाहरों लो, उधार पकड़ो, अपने फंड्स दिखाओ। ਜਦੋਂ तक वीज़ा नहीं आता तां तक फंड रखना मैंडेटरी है, क्योंकि हो सकता है अगर तुहाडी हाई कमीशन तो रिक्वायरमेंट आ गई तो तुहाडी कल नूं फीस भी फस सकती है, ठीक है। बाकी अदरवाइज ओवरऑल गल करिए स्टूडेंट परेशान क्यों है, दिस इज़ द रीज़न बिहाइंड दिस, ओके। और स्टूडेंट की परेशानी का हल यही है, तुसी जिस दिन अपना प्रोसैस करना है, जेकर तुहानूं लगदा कि तुहाडा एकेडमिक, जिस तरह कि मैं हुणे जिहड़े स्टूडेंट का एग्जाम्पल दिता, ਉਹਨੂੰ ਇੱਕ ਬੜਾ ਵਧੀਆ ਜਿਹਾ ਆਪਾਂ ਐਡਵਾਈਸ ਕੀਤਾ, ਉਹਦੀ ਮਦਰ ਦਾ ਪੈਨ ਕਾਰਡ ਹੈ, ਉਹਦਾ ਬ੍ਰਦਰ ਵਰਕਿੰਗ ਹੈ, ਉਹਦਾ ਖੁਦ ਦਾ ਸਾਲ 1.5 ਸਾਲ ਦਾ ਗੈਪ ਹੈ, ਠੀਕ ਹੈ। ਉਹ ਫਰੈਂਕਲੀ ਸਪੀਕਿੰਗ ਉਹਨੇ ਮੈਨੂੰ ਕਿਹਾ ਕਿ ਸਰ ਮੈਂ ਫ੍ਰੀ ਹਾਂ ਪਰ ਆਈ ਕੈਨ ਅਰੇਂਜ ਵਰਕ ਐਕਸਪੀਰੀਅੰਸ ਫਰਮ ਸਮਵਨ। ਮੈਂ ਕਿਹਾ ਠੀਕ ਹੈ, ਪੈਨ ਕਾਰਡ ਤੇਰਾ, ਮੈਂ ਕਿਹਾ ਭਰਾ ਤੂੰ ਤਿੰਨਾਂ ਦੀ, ਆਪਣੀ ਮਦਰ ਦੀ ਔਰ ਬ੍ਰਦਰ ਦੀ ਰਿਟਰਨ ਭਰਵਾ, ਪੈਸੇ ਅੱਜ ਦੇ ਅੱਜ ਹੀ ਜਮ੍ਹਾਂ ਕਰਵਾ ਦੇ ਅਕਾਊਂਟ 'ਚ, 2 ਦਿਨਾਂ ਨੂੰ ਕਰਾ ਦੇ, 3 ਦਿਨਾਂ ਨੂੰ ਕਰਾ ਦੇ, ਜਦੋਂ ਤੱਕ ਤੇਰਾ ਪ੍ਰੋਸੈਸ ਚੱਲੇਗਾ 1-1.5 ਮਹੀਨਾ ਪੁਰਾਣੇ ਹੋ ਜਾਣਗੇ ਫੰਡ, ਹਾਈ ਕਮਿਸ਼ਨ ਫਾਈਲ ਜਾਏਗੀ। ਇੱਕ ਹੋਰ ਵੱਡੀ ਚੀਜ਼, 3 months old ਫੰਡਸ ਇੱਕ ਬਹੁਤ ਵੱਡਾ ਵਹਿਮ ਹੈ, ਬਹੁਤ ਘੱਟ ਏਜੰਟਸ ਨੂੰ ਇਸ ਗੱਲ ਦੀ ਨੌਲੇਜ ਹੈ ਔਰ ਸਟੂਡੈਂਟਸ ਜਾਂ ਪੇਰੈਂਟਸ ਦਾ ਲੇਮੈਨ ਹੈ, ਕਿਉਂਕਿ ਤੁਸੀਂ ਕਿਤੇ ਵੀ ਜਾਂਦੇ ਹੋ, ਕਾਉਂਸਲਿੰਗ ਲਈ ਜਾਂਦੇ ਹੋ, ਇਨਫੋਰਮੇਸ਼ਨ ਗੇਨ ਕਰਨ ਲਈ ਜਾਂਦੇ ਹੋ, ਜਾਂ ਕਿਸੇ ਨੂੰ ਵੈਸੇ ਕਿਸੇ ਟੀਵੀ ਸ਼ੋਅ 'ਤੇ ਸੁਣਦੇ ਹੋ। ਮੈਂ ਵੀ ਹੁਣ ਇਹੀ ਗੱਲ ਕਹਿ ਰਿਹਾ ਸੀਗਾ ਕਿ ਜੇ 3 ਮਹੀਨੇ ਪੁਰਾਣੇ ਫੰਡ ਚਾਹੀਦੇ ਆ, ਜਦਕਿ ਐਜ਼ ਪਰ ਰੂਲਸ 3 months old ਫੰਡਸ ਦੀ ਰਿਕੁਆਇਰਮੈਂਟ ਨਹੀਂ ਹੈ। ਬਟ ਰੀਸੈਂਟ ਫੰਡਸ ਹਾਈ ਕਮਿਸ਼ਨ ਐਕਸੈਪਟ ਕਰ ਲੈਂਦਾ बट यूनिवर्सिटी नहीं करती, और जदों तक यूनिवर्सिटी एक्सेप्ट नहीं करेगी, COE नहीं आएगी, जदों तक COE नहीं आएगी एम्बेसी फाइल जाना इज क्वाइट डिफिकल्ट, बल्कि नेक्स्ट टू इम्पॉसिबल, ठीक है। तो कहने का मतलब ये है कि ਆਸਟ੍ਰੇਲੀਆ ਦੀ ਸਾਰੀ ਪ੍ਰੈਕਟਿਸ ਟਿਕੀ ਹੋਈ ਹੈ 2 ਚੀਜ਼ਾਂ 'ਤੇ। ਤੁਹਾਡੇ ਕੰਸਲਟੈਂਟ ਦਾ ਜਿਹੜਾ ਟਾਈ ਅਪ ਹੈ ਉਹ ਆਸਟ੍ਰੇਲੀਅਨ ਯੂਨੀਵਰਸਿਟੀਜ਼ ਨਾਲ ਕਿਸ ਲੈਵਲ ਦਾ, ਆਸਟ੍ਰੇਲੀਅਨ ਇੰਸਟੀਚਿਊਟਸ ਨਾਲ, ਆਸਟ੍ਰੇਲੀਅਨ ਕਾਲਜ ਨਾਲ ਕਿਸ ਟਾਈਪ ਦਾ, SOP ਬਹੁਤ ਜ਼ਬਰਦਸਤ ਚਾਹੀਦੀ ਹੈ। ਔਰ GT ਦੀ ਡਾਕੂਮੈਂਟਸ ਦੀ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਜਿੰਨੇ ਕੁ ਵਧੀਆ ਹੋਏਗੀ ਉਨਾ ਹੀ ਫਾਸਟ ਪ੍ਰੋਸੈਸ ਹੋਏਗਾ, ਉਨੀ GT ਈਜ਼ੀਲੀ ਕਰੈਕ ਹੋਏਗੀ, ਉਨਾ ਹੀ ਵੀਜ਼ਾ ਦਾ ਸਕਸੈਸ ਰੇਟ ਤੁਹਾਡਾ ਵੱਧ ਰਹੇਗਾ। ਸੋ
ਦਿਸ ਇਜ਼ ਦਾ ਜਿਹੜਾ ਮੇਨ ਇੱਕ ਨਿਕਲ ਕੇ ਆਉਂਦਾ, ਰਾਈਟ। ਜੀ। ਸੋ ਫਿਲਹਾਲ ਜੀ ਸਾਡੇ ਸਟੂਡੈਂਟਸ, ਅੱਛਾ ਕਾਸਟਿੰਗ ਦੀ ਵੀ ਮੈਂ ਗੱਲ ਕਰਾਂਗੀ। ਹੁਣ 14-15 ਲੱਖ ਸਾਨੂੰ ਕਈ ਦਾ, ਰਾਈਟ, ਵੀ ਆਸਟ੍ਰੇਲੀਆ ਦਾ ਖਰਚਾ ਹੈ। ਡਿਪਲੋਮਾ ਦੇ ਵਿੱਚ ਐਡਮਿਸ਼ਨ ਲਓ ਤਾਂ ਮਾਈਟ ਬੀ ਚਾਂਸਸ ਵੈਰੀ ਲੈਸ ਆਸਟ੍ਰੇਲੀਆ ਦਾ ਵੀਜ਼ਾ ਹਾਸਲ ਹੋਵੇ। ਘੱਟ ਪੈਸਿਆਂ ਦੇ ਵਿੱਚ ਪੜ੍ਹਾਈ ਸੰਭਵ ਹੈ ਆਸਟ੍ਰੇਲੀਆ ਦੇ ਵਿੱਚ? ਦੇਖੋ ਇੱਥੇ ਇੱਕ ਹੋਰ ਜਿਹੜਾ ਹੈ ਕੌੜਾ ਸੱਚ ਮੈਂ ਜ਼ਰੂਰ ਬੋਲਣਾ ਚਾਹਾਂਗਾ। ਸਟੂਡੈਂਟ ਇੰਡੀਅਨ ਮਾਰਕੀਟ ਦਾ ਕੀ ਸਿਸਟਮ ਹੈ, ਇਹਨੂੰ ਮਾਰਕੀਟ ਵਰਡ ਕਿਉਂ ਯੂਜ਼ ਕਰ ਰਹੇ ਹਾਂ, ਕਿਉਂਕਿ ਬੇਸਿਕਲੀ ਯੂਨੀਵਰਸਿਟੀ ਵੀ ਵਪਾਰ ਕਰ ਰਹੀ ਹੈ, ਅਸੀਂ ਵੀ ਬਿਜ਼ਨਸ ਕਰ ਰਹੇ ਹਾਂ, ਸਟੂਡੈਂਟ ਵੀ ਕਰੀਅਰ ਮੇਕਿੰਗ ਪ੍ਰੋਸੈਸ ਲਈ ਜਾ ਰਿਹਾ। ਠੀਕ ਹੈ, ਜ਼ਰੀਆ ਬਹੁਤ ਵਧੀਆ ਹੈ ਬੇਸ ਪੜ੍ਹਾਈ ਦਾ, ਠੀਕ ਹੈ, ਲੇਕਿਨ ਟਾਰਗੇਟ ਸੈਟਲਮੈਂਟ ਦਾ 100 ਵਿੱਚੋਂ 98 ਸਟੂਡੈਂਟ ਦਾ ਟਾਰਗੇਟ ਇਹ ਹੁੰਦਾ ਕਿ ਔਖੇ ਸੌਖੇ ਹੋ ਕੇ ਕਿਸੇ ਤਰੀਕੇ ਨਾਲ PR ਮਿਲ ਜਾਏ। ਹੁਣ ਮੈਂ ਕੰਪੈਰੀਜ਼ਨ ਕਰਨਾ, ਆਸਟ੍ਰੇਲੀਆ ਦੇ ਅੰਦਰ ਜਿਹੜਾ ਸਟੂਡੈਂਟ ਐਲੀਜੀਬਲ ਹੋਏਗਾ ਉਹ ਡਿਗਰੀ ਦੇ ਵਿੱਚ ਹੀ ਪ੍ਰੋਸੈਸ ਕਰੇਗਾ, ਕਦੇ ਵੀ ਡਿਪਲੋਮਾ 'ਚ ਨਹੀਂ ਕਰੇਗਾ। ਲੇਕਿਨ ਇਹਦੇ ਠੀਕ ਆਪੋਜ਼ਿਟ ਕੈਨੇਡਾ ਦੇ ਅੰਦਰ ਜਿਹੜਾ ਸਟੂਡੈਂਟ ਡਿਗਰੀ ਲਈ ਐਲੀਜੀਬਲ ਵੀ ਹੋਏਗਾ ਉਹ ਡਿਪਲੋਮਾ ਲਈ ਜਾਏਗਾ। ਉਹਦਾ ਕਾਰਨ ਹੈ, ਉਹਦੇ ਪਿੱਛੇ ਇੱਕ ਰੀਜ਼ਨ ਬਿਹਾਈਂਡ ਇਟ ਕਿ ਸਭ ਨੂੰ ਪਤਾ ਕਿ ਕੈਨੇਡਾ ਦਾ ਡਿਪਲੋਮਾ ਦਾ ਸਕਸੈਸ ਰੇਟ ਉਨਾ ਹੀ ਹੈ ਜਿੰਨਾ ਕਿ ਯੂਨੀਵਰਸਿਟੀ ਦੀ ਡਿਗਰੀ ਦਾ। ਠੀਕ ਹੈ, 5-4% ਦਾ ਡਿਫਰੈਂਸ ਹੈ, ਬਟ ਦੇ ਆਲਵੇਜ਼ ਐਕਸੈਪਟ ਔਰ ਰਿਲੀਜ਼ ਔਰ ਗ੍ਰਾਂਟ ਦਾ ਵੀਜ਼ਾ ਔਨ ਡਿਪਲੋਮਾਸ ਐਜ਼ ਵੈਲ। ਠੀਕ ਹੈ, ਫॉर ਡਿਪਲੋਮਾਸ ਐਜ਼ ਵੈਲ। ਔਨ ਅਦਰ ਸਾਈਡ, ਅਗਰ ਅੱਜ ਆਸਟ੍ਰੇਲੀਅਨ ਹਾਈ ਕਮਿਸ਼ਨ ਡਿਪਲੋਮਾ ਦੇ ਅੰਦਰ ਵੀਜ਼ਾ ਬਹੁਤ ਵਧੀਆ ਤਰੀਕੇ ਨਾਲ ਦੇਣ ਲੱਗ ਜਾਏ ਤੇ ਸ਼ਾਇਦ ਬੈਚਲਰ 'ਚ ਕੋਈ ਨਹੀਂ ਜਾਣਾ ਚਾਹੇਗਾ। ਕੰਸੈਪਟ ਮਨੀ ਮਾਈਂਡਡ ਹੋ ਗਿਆ, ਹੋਣਾ ਵੀ ਚਾਹੀਦਾ, ਗਲਤ ਨਹੀਂ ਮੈਂ ਕਹਿ ਰਿਹਾ। ਠੀਕ ਹੈ, ਇਹ ਗਲਤ ਨਹੀਂ ਹੈ, ਦੇयर इज ਨਥਿੰਗ ਰੋਂਗ, ਬਟ ਮਜਬੂਰੀ ਹੈ ਕਿ ਬੱਚਿਆਂ ਨੂੰ ਯੂਨੀਵਰਸਿਟੀ ਪੜ੍ਹਨਾ ਪੈਂਦਾ। ਠੀਕ ਹੈ, $15,000-20,000 ਫੀਸ ਹੈ ਸਾਲ ਦੀ, ਉਹ ਸਾਰਾ ਕੁਝ ਹੈ, 25,000 $30,000 ਫੀਸ ਹੈ। ਇਹ ਵੀ ਹੈ ਨਾ ਵੀ ਇੱਕ ਸਿਕਿਉਰਿਟੀ ਤਾਂ ਉਹਨਾਂ ਨੂੰ ਵੀ ਹੋਗੀ ਨਾ ਕਿ ਹਾਂਜੀ ਹੁਣ ਫੀਸ ਵੀ ਆ ਗਈ ਹੈ ਸਾਡੇ ਕੋਲੇ ਸਾਲ ਦੀ, ਤਾਂ ਆਬਵੀਅਸਲੀ ਸਟੂਡੈਂਟ ਕਿਤੇ ਨਹੀਂ ਜਾਏਗਾ। ਹੁਣ ਮੈਂ ਇੱਥੇ ਤੁਹਾਨੂੰ ਇੱਕ ਮੈਸੇਜ ਆਪਣੇ ਸਟੂਡੈਂਟਸ ਨੂੰ, ਪੇਰੈਂਟਸ ਨੂੰ, ਆਪਣੇ ਵੀਵਰਸ ਨੂੰ ਕਨਵੇ ਕਰਨਾ ਚਾਹੁੰਦਾ। ਜੇਕਰ ਤੁਹਾਡਾ ਬਜਟ ਬਹੁਤ ਵਧੀਆ ਨਹੀਂ ਹੈ ਔਰ ਤੁਹਾਡਾ ਪ੍ਰੋਫਾਈਲ ਐਲੀਜੀਬਿਲਿਟੀ ਕ੍ਰਾਈਟੇਰੀਆ ਯੂਨੀਵਰਸਿਟੀ ਵਾਲਾ ਯੂਨੀਵਰਸਿਟੀ ਨੂੰ ਮੀਟ ਕਰਦਾ, there are certain colleges those falls in assessment level 1, ਉਹਨਾਂ ਦਾ ਫੀਸ ਸਟਰਕਚਰ ਬਹੁਤ ਰੀਜ਼ਨੇਬਲ ਹੈ, ਲਗਭਗ ਹਾਫ ਆਫ ਦਾ ਯੂਨੀਵਰਸਿਟੀ। ਵੀਜ਼ਾ ਸਕਸੈਸ ਰੇਟ ਉਨਾ ਹੀ ਹੈ ਲੈਵਲ 1 ਦੇ, ਅਸੈਸਮੈਂਟ ਲੈਵਲ 1 ਦੇ ਡਿਗਰੀ ਔਰ ਮਾਸਟਰਸ ਡਿਗਰੀ ਪ੍ਰੋਗਰਾਮ ਦੇ ਵਿੱਚ ਜਿੰਨਾ ਕੁ ਯੂਨੀਵਰਸਿਟੀ ਦਾ। ਪੁਆਇੰਟ ਨੰਬਰ 1। ਦੂਸਰਾ ਪੁਆਇੰਟ, ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪ੍ਰੋਫਾਈਲ ਐਵਰੇਜ ਹੈ ਔਰ ਤੁਹਾਨੂੰ ਐਡਮਿਸ਼ਨ ਜਾਂ ਜੀਟੀਕ ਐਡਮਿਸ਼ਨ ਮਿਲ ਰਿਹਾ ਜਾਂ ਐਡਮਿਸ਼ਨ ਨਹੀਂ ਮਿਲ ਰਿਹਾ, ਐਡਮਿਸ਼ਨ ਮਿਲ ਰਿਹਾ ਤੇ ਜੀਟੀ ਕ੍ਰੈਕ ਨਹੀਂ ਹੋ ਪਾ ਰਿਹਾ ਯੂਨੀਵਰਸਿਟੀ ਦਾ, ਤਾਂ ਵੀ ਸਟਰੋਂਗਲੀ ਰეკਮੈਂਡ ਯੂ ਗੋ ਫॉर ਬੈਚਲਰ ਪ੍ਰੋਗਰਾਮ ਅੰਡਰ ਅਸੈਸਮੈਂਟ ਲੈਵਲ 2 ਇੰਸਟੀਚਿਊਟ। ਠੀਕ ਹੈ, ਉਹਦਾ ਸਕਸੈਸ ਰੇਟ ਵੀ ਨੋ ਡਾਊਟ ਅਸੈਸਮੈਂਟ ਲੈਵਲ 1 ਦੇ ਯੂਨੀਵਰਸਿਟੀ ਕਾਲਜ ਨਾਲੋਂ 5-4% ਘੱਟ ਹੈ, ਬਟ ਸਕਸੈਸ ਰੇਟ ਹੈ। ਅੱਜ ਦੇ ਕਰੰਟ ਸਿਨੈਰੀਓ ਵਿੱਚ, ਜਿਸ ਤਰ੍ਹਾਂ ਕਿ ਮੈਂ ਹੁਣੇ ਤੁਹਾਨੂੰ 5-10 ਮਿੰਟ ਪਹਿਲਾਂ ਦੱਸ ਕੇ ਹਟਿਆ ਕਿ ਪਹਿਲਾਂ ਅਸੈਸਮੈਂਟ ਲੈਵਲ 1 ਦੀ ਰਿਕੁਆਇਰਮੈਂਟ ਔਰ ਡਿਮਾਂਡ ਇਸ ਕਰਕੇ ਜ਼ਿਆਦਾ ਸੀ ਕਿ ਫੰਡਸ ਦੀ ਲੋੜ ਨਹੀਂ ਪੈਂਦੀ ਸੀ। ਅੱਜ ਜਦੋਂ ਤੁਸੀਂ ਅਸੈਸਮੈਂਟ ਲੈਵਲ 1 ਵਾਸਤੇ ਵੀ 2 ਮਹੀਨੇ ਪੁਰਾਣੇ ਫੰਡ ਰੱਖਣੇ ਜਾਂ 3 ਮਹੀਨੇ ਪੁਰਾਣੇ ਫੰਡ ਰੱਖਣੇ ਆ, ਫਿਰ ਅਗਰ ਤੁਸੀਂ ਅਸੈਸਮੈਂਟ ਲੈਵਲ 2 ਦਾ, ਬਟ make sure you must have to apply for higher education, either for bachelor degree or for master's degree, not for diploma. Diploma ਉਸੇ ਬੱਚੇ ਨੂੰ ਮੈਂ ਰਿਕਮੈਂਡ ਕਰਾਂਗਾ ਜਿਹੜਾ ਕਿ ਬਿਲੋ ਐਵਰੇਜ ਹੈ ਔਰ ਜਾਣਾ ਹੀ ਆਸਟ੍ਰੇਲੀਆ ਤੇ ਚਾਂਸ ਲੈ ਸਕਦੇ ਹੋ ਭਾਜੀ। ਤੁੱਕਾ ਚੱਲ ਗਿਆ ਤਾਂ ਵੀ ਮੁਕੱਦਰ, ਨਹੀਂ ਚੱਲਿਆ ਤਾਂ ਵੀ ਮੁਕੱਦਰ। ਅਦਰਵਾਈਜ਼ ਸਾਡੇ ਕੋਲ ਇੱਦਾਂ ਦੇ ਕੁਝ ਕਾਲਜਿਸ ਹੈ, ਜੇਕਰ ਤੁਸੀਂ 20-21 ਪਾਸ ਆਊਟ ਹੋ, 6 ਬੈਂਡ ਨਾਟ ਲੈਸ ਦੈਨ 5.5 ਬੈਂਡ ਹੈ, ਜਿਨ੍ਹਾਂ ਦੀ ਜਿਹੜੀ ਕਾਸਟਿੰਗ ਹੈ ਉਹ ਸਿਰਫ ਹਾਰਡਲੀ 7 ਤੋਂ 8 ਲੱਖ ਰੁਪਏ ਬੈਠ ਰਹੀ ਹੈ, ਜਿਹਦੇ ਵਿੱਚ ਤੁਹਾਡੀ 3 ਮਹੀਨੇ ਦੀ ਜਿਹੜੀ ਹੈ ਇੰਸ਼ੋਰੈਂਸ, OSHC ਓਵਰਸੀਜ਼ ਹੈਲਥ ਕਵਰ ਜਿਹਨੂੰ ਬੋਲ ਦਿੰਦੇ ਆ ਆਪਾਂ ਟੈਕਨੀਕਲ ਲੈਂਗੁਏਜ ਦੇ ਵਿੱਚ, ਔਰ 6 ਮੰਥ ਦੀ ਟਿਊਸ਼ਨ ਫੀ ਔਰ ਐਮਬੈਸੀ ਫੀ ਇੰਕਲੂਡ ਕਰਕੇ ਆ ਰਹੀ ਹੈ, ਔਰ ਫੰਡਸ ਵੀ ਬਹੁਤ ਜ਼ਿਆਦਾ ਨਹੀਂ ਦਿਖਾਣੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਵਿਸ਼ਵਾਸ ਇੰਟਰਨੈਸ਼ਨਲ ਦਾ ਇੱਕ ਕਨਸੈਪਟ ਪੇਮੈਂਟ ਆਫਟਰ ਵੀਜ਼ਾ ਦਾ ਰਿਹਾ। ਜੇਕਰ ਤੁਸੀਂ ਆਸਟ੍ਰੇਲੀਆ ਦੇ ਅੰਦਰ ਵੀ ਆਪਣਾ ਪ੍ਰੋਫਾਈਲ ਪ੍ਰੋਸੈਸ ਕਰਨਾ ਚਾਹੁੰਦੇ ਹੋ ਔਰ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ ਤਾਂ ਯੂ ਆਰ ਆਲਸੋ ਮੋਸਟ ਵੈਲਕਮ। ਠੀਕ ਹੈ, ਉਹ 'ਚ ਵੀ ਕੋਈ ਪ੍ਰੋਬਲਮ ਨਹੀਂ ਹੈ। ਮੈਨੂੰ ਸਿਰਫ ਇੱਕੋ ਹੀ ਚੀਜ਼ ਚਾਹੀਦੀ ਹੈ, ਤੁਹਾਡੇ ਫੰਡਸ ਜੈਨੂਇਨ ਹੋਣੇ ਚਾਹੀਦੇ ਹੈ, ਬੇਸ਼ੱਕ ਰੀਸੈਂਟ ਹੋਣ, ਤੁਹਾਡੇ ਡਾਕੂਮੈਂਟ ਜੈਨੂਇਨ ਹੋਣੇ ਚਾਹੀਦੇ ਹੈ, ਬੇਸ਼ੱਕ ਸਾਲ ਦਾ ਗੈਪ ਹੋਏ, ਜੋ ਵੀ ਐਜ਼ ਪਰ ਐਲੀਜੀਬਿਲਿਟੀ ਕ੍ਰਾਈਟੇਰੀਆ ਆਫ ਕਾਲਜ ਟੂ ਕਾਲਜ, ਔਰ
ਉਸ ਤੋਂ ਬਾਅਦ ਤੁਸੀਂ ਮੰਨ ਕੇ ਚੱਲੋ ਕਿ ਅਪ ਟੂ 90% ਕਿਉਂਕਿ 100% ਐਸ਼ੋਰਿਟੀ ਵਰਡ ਵੀ ਕੈਨ ਨਾਟ ਯੂਜ਼ ਜਦ ਤੱਕ ਆਪਣੇ ਕੋਲ ਵੀਜ਼ਾ ਲੱਗ ਕੇ ਹੱਥ 'ਚ ਨਹੀਂ ਆ ਜਾਂਦਾ। ਬਟ ਨੋ ਡਾਊਟ ਸਾਡੇ ਕੋਲ ਪ੍ਰੋਫੈਸ਼ਨਲ ਲੋਕਾਂ ਦੀ ਟੀਮ ਹੈ, ਸਾਡੀ 8-9 ਬ੍ਰਾਂਚਿਸ ਹੈਗੀਆਂ ਅਕ੍ਰੋਸ ਇੰਡੀਆ, ਔਰ ਕਰੀਬ 17 ਈਅਰਸ ਦਾ ਐਕਸਪੀਰੀਅੰਸ ਹੈਗਾ ਇਸ ਕੰਪਨੀ ਨੂੰ, ਵਿਸ਼ਵਾਸ ਇੰਟਰਨੈਸ਼ਨਲ ਨੂੰ, ਔਰ ਸਾਡਾ ਸਕਸੈਸ ਰੇਟ ਬਹੁਤ ਵਧੀਆ ਹੈ। ਔਰ ਜਿਸ ਤਰ੍ਹਾਂ ਕਿ ਆਪਾਂ ਯੂਰਪ ਦਾ, ਯੂਕੇ ਦਾ, ਕੈਨੇਡਾ ਦਾ ਵੀ ਆਲਰੇਡੀ ਫੁੱਲ ਪੇਮੈਂਟ ਆਫਟਰ ਵੀਜ਼ਾ ਦਾ ਕੰਸੈਪਟ ਕਰਦੇ ਹਾਂ, ਸੇਮ ਆਸਟ੍ਰੇਲੀਆ 'ਚ ਵੀ ਐਪਲੀਕੇਬਲ ਰਹੇ। ਗ੍ਰੇਟ। ਸੋ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼ ਸਾਡੇ ਨਾਲ ਜੀ, ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ, ਐਂਡ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਜੀ ਕਾਲ ਕਰ ਸਕਦੇ ਹੋ, ਇਹਨਾਂ ਦੇ ਆਫਿਸਿਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ, ਬਟ ਅਪਾਇੰਟਮੈਂਟ ਲੈ ਕੇ ਅਗਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਜੀ, ਮੁਲਾਕਾਤ ਕਰਨੀ ਪਰਸਨਲ ਤੌਰ ਤੇ। ਐਂਡ ਫਿਲਹਾਲ ਆਸਟ੍ਰੇਲੀਆ ਨੂੰ ਲੈ ਕੇ ਸਾਡੀ ਕੁਐਰੀ ਜੋ ਵੀ ਹੈਗੀ ਹੈ ਜੀ, ਸਾਡੇ ਸਟੂਡੈਂਟਸ ਇੱਕ ਵਾਰੀ ਜ਼ਰੂਰ ਡਿਸਕਸ ਕਰ ਲੈਣ। ਹਾਲਾਂਕਿ ਅਸੀਂ ਇੱਕ ਵਾਰੀ ਮੈਨੂੰ ਯਾਦ ਹੈ ਕਿ ਜਿਹੜਾ ਉਹ ਕਪਲ ਤੁਸੀਂ ਇੱਥੇ ਲੈ ਕੇ ਆਏ ਸੀਗੇ, ਮੈਡਮ ਦੇ ਕੋਲੇ ਐਕਸਪੀਰੀਅੰਸ ਜਿਹੜਾ ਸੀਗਾ ਉਹ ਸੈਲਰੀ ਉਹਨਾਂ ਦੀ ਅਕਾਊਂਟ ਦੇ ਵਿੱਚ ਨਹੀਂ ਸੀ ਆਉਂਦੀ, ਸੋ ਯਾਨੀ ਸਪਾਊਸ ਦੇ ਵੀਜ਼ਾਸ ਵੀ ਆਉਂਦੇ ਨੇ, ਉਹਨਾਂ ਦਾ ਬੇਬੀ ਵੀ ਸੀਗਾ, ਰਾਈਟ ਇੱਕ। ਸੋ ਇਸੇ ਤਰ੍ਹਾਂ ਜੀ ਹੁਣ ਤੁਹਾਡਾ ਮੌਕਾ ਹੈਗਾ ਤੁਹਾਨੂੰ ਕਿ ਤੁਸੀਂ ਵੀ ਅਗਰ ਸਪਾਊਸ ਦੇ ਨਾਲ ਜਾਣਾ, ਫੈਮਿਲੀ ਨਾਲ ਜਾਣਾ, ਤਾਂ ਆਸਟ੍ਰੇਲੀਆ ਤੇ ਇਕੱਠੇ ਜਾ ਸਕਦੇ ਹੋ। ਉੱਥੇ ਦੂਸਰੇ ਪਾਸੇ ਯੂਰਪ ਐਂਡ ਯੂਕੇ, ਕੀ ਹਾਲ ਚਾਲ ਚੱਲ ਰਿਹਾ ਯੂਕੇ ਦਾ ਤੇ ਯੂਰਪ ਦਾ? ਜਿਸ ਤਰ੍ਹਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੰਟਰਨੈਸ਼ਨਲ ਆਫਿਸ ਵਿਸ਼ਵਾਸ ਇੰਟਰਨੈਸ਼ਨਲ ਦਾ ਯੂਕੇ ਬੇਸਡ ਹੈ, ਜਿਹਦੇ ਚੱਲਦੇ ਕਿ ਯੂਕੇ ਔਰ ਯੂਰਪ ਤੇ ਕੰਪਨੀ ਦਾ ਬਹੁਤ ਅੱਛਾ ਹੋਲਡ ਹੈ। ਖਾਸ ਤੌਰ ਤੇ ਯੂਕੇ ਦੀ ਜਿਹੜੀ ਮਾਸਟਰੀ, ਜਿਹੜੀ ਸਪੈਸ਼ਲਾਈਜੇਸ਼ਨ ਹੈ ਸਾਡੇ ਕੋਲ ਇਸ ਕਰਕੇ ਵੀ ਹੈ ਕਿ ਲੋਕਲ ਆਫਿਸ ਹੋਣ ਕਰਕੇ, ਪਲੱਸ ਇੱਕ ਜਿਹੜਾ ਫੰਡਾ ਜਦੋਂ ਸ਼ੁਰੂ 'ਚ ਏਜੰਟਸ ਨੇ ਜਦੋਂ ਯੂਕੇ ਓਪਨ ਹੋਇਆ, ਰੀਓਪਨ ਹੋਇਆ 9 ਤੋਂ 12 ਦੇ ਵਿੱਚ ਵੀ ਸਾਡੇ ਕੰਪਨੀ ਨੇ ਬਹੁਤ ਹਜ਼ਾਰਾਂ ਸਟੂਡੈਂਟ ਭੇਜਿਆ ਸੀਗਾ, ਔਰ ਅੱਜ ਦੀ ਡੇਟ 'ਚ ਵੀ ਬਹੁਤ ਵਧੀਆ, ਨਾ ਸਿਰਫ ਵਧੀਆ ਬਲਕਿ ਬਹੁਤ ਵਧੀਆ ਕਰ ਰਹੇ ਹਨ। ਜੇਕਰ ਤੁਸੀਂ ਯੂਕੇ ਦੇ ਅੰਦਰ ਅੱਜ ਕੋਈ ਵੀ ਕੰਪਨੀ ਫੁੱਲ ਪੇਮੈਂਟ ਆਫਟਰ ਵੀਜ਼ਾ ਨਹੀਂ ਕਰ ਰਹੀ, ਰੀਜ਼ਨ ਬੀਇੰਗ ਕਿ ਪੇਮੈਂਟ ਫੰਡ ਸ਼ੋ ਹੋ ਗਏ, ਇੰਟਰਵਿਊ ਕਲੀਅਰ ਹੋ ਗਿਆ, ਫੀਸ ਤਾਰੇਗੀ, ਉਸ ਤੋਂ ਬਾਅਦ ਵੀ ਇਹ ਗਾਰੰਟੀ ਨਹੀਂ ਹੈ ਕੈਸ਼ ਲੈਟਰ ਆ ਗਏ ਕਿ ਨਹੀਂ ਆਊਗਾ। ਬਟ ਸਟਿਲ ਜੇ ਵਿਸ਼ਵਾਸ ਇੰਟਰਨੈਸ਼ਨਲ ਦੇ ਥਰੂ ਤੁਸੀਂ ਆਪ ਦਾ ਵੀਜ਼ਾ ਅਪਲਾਈ ਕੀਤਾ, ਸਾਡੀ ਇੱਕ ਕਮਿਟਮੈਂਟ ਹੈ, ਤੁਹਾਡੀ ਅਗਰ ਇੱਕ ਯੂਨੀਵਰਸਿਟੀ ਤੋਂ ਫੀਸ ਭਰਨ ਤੋਂ ਬਾਅਦ ਕੈਸ਼ ਨਹੀਂ ਆਏਗੀ, ਅਸੀਂ 2 ਫੀਸਾਂ ਭਰਨੀਆਂ ਪਈਆਂ ਭਰਾਂਗੇ, 3 ਭਰਨੀਆਂ ਪਈਆਂ ਭਰਾਂਗੇ, ਬਟ ਫਾਈਨਲੀ ਤੁਹਾਡਾ ਵੀਜ਼ਾ ਲੈ ਕੇ ਤੁਹਾਨੂੰ ਦੇਵਾਂਗੇ, ਠੀਕ ਹੈ। ਅਪਾਰਟ ਫਰੋਮ ਦੈਟ ਯੂਰਪ ਦੇ ਅੰਦਰ ਅਸੀਂ ਜਿਹੜੇ ਸਟੂਡੈਂਟਸ ਦਾ ਬਜਟ ਘੱਟ ਹੈ ਔਰ ਸਾਈਪਰਸ, ਸਿੰਗਾਪੁਰ ਜੈਸੇ ਕੰਟਰੀ ਲਈ ਐਲੀਜੀਬਲ ਹੈ ਪਰ ਉੱਥੇ ਨਹੀਂ ਜਾਣਾ ਚਾਹੁੰਦੇ ਕਿਉਂਕਿ ਉੱਥੇ ਕੋਈ ਸਕੋਪ ਨਹੀਂ ਹੈ, ਉਹਨਾਂ ਦੇ ਲਈ ਵਿਸ਼ਵਾਸ ਇੰਟਰਨੈਸ਼ਨਲ ਇੰਟਰੋਡਿਊਸ ਕਰ ਰਿਹਾ ਗ੍ਰੀਸ। ਜੀ ਹਾਂ, ਸ਼ੈਨਗਨ ਕੰਟਰੀ ਹੈ, ਸ਼ੈਨਗਨ ਵੀਜ਼ਾ, ਸਾਲ ਤੋਂ ਬਾਅਦ ਤੁਸੀਂ ਜਰਮਨੀ, ਫਰਾਂਸ ਮੂਵ ਹੋ ਸਕਦੇ ਹੋ। ਅਗਰ 1 ਨੰਬਰ 'ਚ ਰਹਿੰਦੇ ਹੋ 2-3 ਮਹੀਨੇ ਬਾਅਦ ਟੈਂਪਰੇਰੀ ਰੈਜ਼ੀਡੈਂਟ ਕਾਰਡ ਬਣਨ ਤੋਂ ਬਾਅਦ ਤੁਸੀਂ ਪੂਰੇ ਯੂਰਪ 'ਚ ਵਿਜ਼ਿਟਰ ਦੇ ਤੌਰ ਤੇ ਘੁੰਮ ਫਿਰ ਸਕਦੇ ਹੋ। ਉਹਦਾ ਵੀ ਜਿਹੜਾ ਪੇਮੈਂਟ ਆਫਟਰ ਵੀਜ਼ਾ ਦਾ ਕੰਸੈਪਟ ਵਿਸ਼ਵਾਸ ਇੰਟਰਨੈਸ਼ਨਲ ਲੈ ਕੇ ਆਇਆ, ਔਰ ਜਿਹਦਾ ਸਕਸੈਸ ਰੇਟ ਲਗਭਗ 90% ਦੇ ਆਸ-ਪਾਸ ਹੈ, ਠੀਕ ਹੈ। ਔਰ ਜੇਕਰ ਤੁਸੀਂ ਗੈਪ ਵਾਲੇ ਬੱਚੇ ਹੋ, ਆਇਲਸ ਨਹੀਂ ਕੀਤਾ ਔਰ ਯੂਰਪ ਦੇ ਕਿਸੇ ਕੰਟਰੀ 'ਚ ਸੈਟਲ ਹੋਣਾ ਚਾਹੁੰਦੇ ਹੋ, ਤੇ ਗ੍ਰੀਸ ਇੱਕ ਅੱਜ ਦੀ ਡੇਟ 'ਚ ਬਹੁਤ ਹੀ ਵਧੀਆ ਆਪਸ਼ਨ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਮਾਲਟਾ ਇਸ ਟਾਈਮ ਵੀਜ਼ਾ ਨਹੀਂ ਦੇ ਰਿਹਾ, ਪੋਲੈਂਡ ਦੀ ਅਪਾਇੰਟਮੈਂਟਸ ਅਵੇਲੇਬਲ ਨਹੀਂ ਹੈ। ਜੀ ਹਾਂ, ਬਿਲਕੁਲ ਆ ਰਹੇ ਨੇ, ਔਰ ਅਗਰ ਸਮੇਂ ਨਹੀਂ ਘੱਟ ਹੁੰਦਾ ਤੇ ਨੈਕਸਟ ਟਾਈਮ ਆਈ ਐਮ ਸ਼ੋਰ ਕਿ ਅਸੀਂ ਸਟੂਡੈਂਟਸ ਨੂੰ ਇਸ ਮੰਚ ਦੇ ਉੱਤੇ ਅਸੀਂ ਲੈ ਕੇ ਹਾਜ਼ਰ ਹੋਈਏ ਤੁਹਾਡੇ ਸਾਰਿਆਂ ਦੇ ਵਾਸਤੇ, ਤਾਂ ਕਿ ਐਕਸਪੀਰੀਅੰਸ ਜਾਣਨ ਦਾ ਮੌਕਾ ਸਾਨੂੰ ਮਿਲਦਾ ਹੈ। ਸੋ ਫਿਲਹਾਲ ਜੀ ਤੁਸੀਂ ਵੀ ਵਿਸ਼ਵਾਸ ਇੰਟਰਨੈਸ਼ਨਲ ਦੀਆਂ ਸੇਵਾਵਾਂ ਲੈ ਸਕਦੇ ਹੋ ਜੀ, ਉਹਦੇ ਵਾਸਤੇ ਨੰਬਰਸ ਉੱਤੇ ਕਾਲ ਜ਼ਰੂਰ ਕਰਿਆ ਕਰੋ ਤੇ ਅਪਾਇੰਟਮੈਂਟ ਲੈ ਕੇ ਆਫਿਸਿਸ ਦੇ ਵਿੱਚ ਵਿਜ਼ਿਟ ਕਰਿਆ ਕਰੋ, ਆਪਣੇ ਓਰੀਜਨਲ ਡਾਕੂਮੈਂਟਸ ਵੀ ਨਾਲ ਲੈ ਜਾਇਆ ਕਰੋ ਸੋ ਦੈਟ ਕਿ ਅਸੈਸਮੈਂਟ ਦੇ ਵਿੱਚ ਥੋੜਾ ਜਿਹਾ ਈਜ਼ੀ ਹੋ ਜਾਂਦਾ ਹੈ। ਫਿਲਹਾਲ ਜੀ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ, ਐਂਡ ਵਿਸ਼ਵਾਸ ਇੰਟਰਨੈਸ਼ਨਲ ਤੋਂ ਸਾਡੇ ਨਾਲ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਮਿਸਟਰ ਮੁਕੇਸ਼, ਧੰਨਵਾਦ ਸਰ ਤੁਹਾਡਾ ਇੱਥੇ ਆਉਣ ਵਾਸਤੇ। ਸਤਿ ਸ਼੍ਰੀ ਅਕਾਲ, ਥੈਂਕ ਯੂ। ਸੋ ਇਸੇ ਦੇ ਨਾਲ ਦਿਓ ਇਜਾਜ਼ਤ। ਆਸਟ੍ਰੇਲੀਆ ਸਟੱਡੀ ਵੀਜ਼ਾ ਸਟੂਡੈਂਟਸ ਦੇ ਕੋਲੇ ਮੌਕਾ ਜੀ, ਜਲਦੀ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਜਿਨ੍ਹਾਂ ਦੀਆਂ ਰਿਜੈਕਸ਼ਨਸ ਹੈਗੀਆਂ ਨੇ ਉਹ ਵੀ ਇੱਕ ਵਾਰੀ ਜ਼ਰੂਰ ਸੋਚੋ, ਟਾਈਮ ਖਰਾਬ ਨਾ ਕਰੋ, ਗੈਪ ਨਾ ਲੈ ਕੇ ਆਈਏ ਤੇ ਬੈਟਰ ਤੁਹਾਡੇ ਕੋਲੇ ਅਗਰ ਤੁਸੀਂ ਡਿਪਲੋਮਾ ਦੇ ਵਿੱਚ ਵੀ ਐਡਮਿਸ਼ਨ ਲੈਣੀ ਹੈ ਤਾਂ ਵੀ, ਯਾਨੀ ਕਿ ਘੱਟ ਫੀਸ ਦੇ ਵਿੱਚ ਵੀ, ਤਾਂ ਤੁਹਾਡੇ ਕੋਲੇ ਮੌਕਾ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਵਾਸਤੇ ਅਪਲਾਈ ਕਰਨ ਦਾ। ਐਂਡ ਯੂਰਪ ਤੇ ਯੂਕੇ ਆਲਰੇਡੀ ਅਸੀਂ ਡਿਸਕਸ ਕਰ ਚੁੱਕੇ ਹਾਂ। ਸਟਿਲ ਤੁਹਾਡੇ ਕੋਲੇ ਕੋਈ ਵੀ ਸਵਾਲ ਤਾਂ ਤੁਸੀਂ ਡਿਸਕਸ ਜ਼ਰੂਰ ਕਰਨਾ ਜੀ, ਨੰਬਰਸ ਦੇ ਉੱਤੇ ਕਾਲ ਕਰਕੇ। ਆਪਣਾ ਖਿਆਲ ਰੱਖੋ, ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ। ਧੰਨਵਾਦ।